ਅੱਜ ਮੈਂ ਇਸ ਵੀਡੀਓ 'ਚ ਇੱਕ ਕਿੱਸਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਜਦੋਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇੱਕ ਤਰ੍ਹਾਂ ਨਾਲ ਕੁਰਸੀ ਤੋਂ ਲਾ ਦਿੱਤਾ ਗਿਆ ਸੀ। ਰਾਏਬਰੇਲੀ ਦੇ ਵਿੱਚ ਇੰਦਰਾ ਗਾਂਧੀ ਦੇ ਇਲੈਕਸ਼ਨਸ ਨੂੰ ਨਲ ਐਂਡ ਵੋਇਡ ਡਿਕਲੇਅਰ ਕਰ ਦਿੱਤਾ ਗਿਆ ਸੀ। 1975 ਦੀ ਇਹ ਹਾਈ ਕੋਰਟ ਦੀ ਜਿਹੜੀ ਵਰਡਿਕਟ ਸੀਗੀ ਉਹਨੂੰ ਬਹੁਤ ਮੈਸਿਵ ਹਿਊਜ ਫੈਸਲਾ ਪਰ ਇੰਡੀਆ ਦੀ ਆਲ ਓਵਰ ਇੰਡੀਆ ਦੀ ਲੀਗਲ ਸਿਸਟਮ ਦੇ ਵਿੱਚ ਐਂਡ ਪੋਲੀਟੀਕਲ ਜੋ ਹਿਸਟਰੀ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਸਟੈਪ ਮੰਨਿਆ ਜਾਂਦਾ। ਇਸ ਫੈਸਲੇ ਤੋਂ ਬਾਅਦ ਇੰਡੀਆ ਦੀ ਪੋਲੀਟੀਕਲ ਹਿਸਟਰੀ ਬਦਲ ਜਾਂਦੀ ਹੈ। ਇੰਡੀਆ ਦੀ ਰਾਜਨੀਤੀ ਇੱਕ ਨਵਾਂ ਵੱਖਰਾ ਮੋੜ ਲੈਂਦੀ ਹੈ। ਇੰਡੀਆ ਉੱਦਾਂ ਦੇ ਦਿਨ ਦੇਖਦਾ ਜਿਹੜੇ ਕਦੀ ਉਮੀਦ ਨਹੀਂ ਲਾਏ ਹੁੰਦੇ। ਇਸ ਫੈਸਲੇ ਤੋਂ ਬਾਅਦ ਇੰਦਰਾ ਗਾਂਧੀ ਐਮਰਜੈਂਸੀ ਲਾ ਦਿੰਦੇ ਆ। ਸਾਰਾ ਕੁਝ ਸ਼ੁਰੂ ਕਿੱਥੋਂ ਹੁੰਦਾ ਜਦੋਂ 1971 ਦੇ ਰਾਏਬਰੇਲੀ ਦੇ ਇਲੈਕਸ਼ਨਸ ਹੁੰਦੇ ਆ, ਜਿੱਥੇ ਰਾਏਬਰੇਲੀ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਇੰਦਰਾ ਗਾਂਧੀ 1,10,000 ਵੋਟਾਂ ਦੇ ਨਾਲ MP ਸੀਟ ਜਿੱਤ ਜਾਂਦੇ ਆ। ਲੋਕ ਸਭਾ ਦੇ ਇਲੈਕਸ਼ਨਸ ਹੁੰਦੇ ਆ। ਇਹਨਾਂ ਦੇ ਆਪੋਜ਼ਿਟ ਹੁੰਦੇ ਆ ਰਾਜ ਨਾਰਾਇਣ ਉਹਨਾਂ ਤੋਂ ਇੰਦਰਾ ਗਾਂਧੀ ਤੋਂ ਹਾਰ ਜਾਂਦੇ ਆ। ਹਾਰਨ ਤੋਂ ਬਾਅਦ ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਦੇ ਤਹਿਤ ਉਹ ਹਾਈ ਕੋਰਟ ਜਾ ਕੇ ਪਟੀਸ਼ਨ ਪਾ ਦਿੰਦੇ ਆ। 45 ਡੇਜ਼ ਦੇ ਅੰਦਰ ਪਟੀਸ਼ਨ ਪਾਈ ਜਾ ਸਕਦੀ। ਉਹ ਜਾ ਕੇ ਪਟੀਸ਼ਨ ਪਾ ਦਿੰਦੇ ਆ ਕਿ ਜਿਹੜੇ ਵੀ ਇੰਦਰਾ ਗਾਂਧੀ ਨੇ ਇਲੈਕਸ਼ਨ ਕੰਟੈਸਟ ਕੀਤੇ ਆ ਇਹਦੇ ਵਿੱਚ ਮਾਲ ਪ੍ਰੈਕਟਿਸਿਸ ਹੋਈਆਂ, ਕਰਪਟ ਭ੍ਰਸ਼ਟ ਢੰਗਾਂ ਦੇ ਨਾਲ ਜਿਹੜੇ ਇਲੈਕਸ਼ਨ ਲੜੇ ਗਏ ਨੇ ਔਰ ਇਹਦੇ ਵਿੱਚ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਗਿਆ। ਨਾਲ ਹੋਰ ਬਹੁਤ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਨੇ ਕਿ ਮਸ਼ੀਨਾਂ ਵੰਡੀਆਂ ਗਈਆਂ ਜਾਂ ਹੋਰ ਇੱਦਾਂ ਦੇ ਫੇਵਰਸ ਜਿਹੜੇ ਲੋਕਾਂ ਨੂੰ ਦਿੱਤੇ ਗਏ ਵੋਟ ਦੇ ਬਦਲੇ। ਸਾਰੇ ਇਲਜ਼ਾਮ ਲੈ ਕੇ ਉਹ ਆਪਣੀ ਪਟੀਸ਼ਨ ਹਾਈ ਕੋਰਟ ਇਲਾਹਾਬਾਦ ਦੇ ਵਿੱਚ ਮੂਵ ਕਰ ਦਿੰਦੇ ਆ। 12 ਜੂਨ 1975 ਦਾ ਇੱਕ ਬਹੁਤ ਵੱਡਾ ਦਿਨ ਹੁੰਦਾ ਜਿਸ ਦਿਨ ਹਾਈ ਕੋਰਟ ਇਹ ਫੈਸਲਾ ਕਰਦੇ ਆ ਕਿ ਇੰਦਰਾ ਗਾਂਧੀ ਤੇ ਜਿੰਨੇ ਵੀ ਇਲਜ਼ਾਮ ਰਾਜ ਨਾਰਾਇਣ ਵੱਲੋਂ ਲਾਏ ਗਏ ਹੁੰਦੇ ਆ ਉਹਨਾਂ ਦੇ ਵਿੱਚੋਂ 2 ਇਲਜ਼ਾਮਾਂ ਨੂੰ ਸਹੀ ਠਹਿਰਾਉਂਦੇ ਆ ਕਿ ਇਹ ਇਲਜ਼ਾਮ ਸੱਚੇ ਨੇ। ਉਹ ਇਲਜ਼ਾਮ ਕੀ ਹੁੰਦੇ ਆ ਕਿ ਇੱਕ ਹੁੰਦਾ ਹੈ ਕਿ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ, ਮਤਲਬ ਕਿ ਜਿਹੜੇ ਉਸ ਰਾਏਬਰੇਲੀ ਦੇ ਵਿੱਚ ਲੋਕਲ ਆਫੀਸਰ ਸੀ, SDM, SSP ਜਾਂ ਹੋਰ ਜਿਹੜੇ ਸਰਕਾਰੀ ਆਫੀਸਰ ਸੀ ਉਹਨਾਂ ਵੱਲੋਂ ਇੰਦਰਾ ਗਾਂਧੀ ਦਾ ਜਿਹੜਾ ਇਲੈਕਸ਼ਨ ਟੂਰ ਸੀ ਰਾਏਬਰੇਲੀ ਦੇ ਵਿੱਚ ਉਸ ਟਾਈਮ ਕਿਸੇ ਵੱਲੋਂ ਲਾਊਡ ਸਪੀਕਰ ਅਰੇਂਜ ਕੀਤੇ ਗਏ, ਕਿਸੇ ਵੱਲੋਂ ਬੈਰੀਕੇਟਿੰਗ ਐਂਡ ਹੋਰ ਜਿਹੜਾ ਜਨਤਾ ਨੂੰ ਇੱਧਰੋਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਗਈਆਂ ਉਹਨਾਂ ਦੀ ਇਲੈਕਸ਼ਨ ਕੰਪੇਨ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ। ਸੋ ਇਹ ਇਲਜ਼ਾਮ ਜਿਹੜੇ ਆ ਹਾਈ ਕੋਰਟ ਵੱਲੋਂ ਸਹੀ ਮੰਨੇ ਜਾਂਦੇ। ਔਰ ਦੂਸਰਾ ਜਿਹੜਾ ਇਲਜ਼ਾਮ ਹੁੰਦਾ ਉੱਥੇ ਇੱਕ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ OST ਹੁੰਦੇ ਆ ਜਿਸ OST ਦੀ ਹੀ ਡਿਊਟੀ ਐਜ਼ ਏ ਇਲੈਕਸ਼ਨ ਏਜੰਟ ਲੱਗਦੀ। ਉਹਦਾ ਨਾਮ ਹੁੰਦਾ ਯਸ਼ਪਾਲ ਕਪੂਰ। ਯਸ਼ਪਾਲ ਕਪੂਰ ਤੇ ਵੀ ਹਾਈ ਕੋਰਟ ਇਲਾਹਾਬਾਦ ਨੇ ਇਸ ਚੀਜ਼ ਦੀ ਐਲੀਗੇਸ਼ਨ ਲਗਾਈ ਕਿ ਉਹ ਇੱਕ ਗੈਜ਼ੇਟਡ ਆਫੀਸਰ ਸੀ, ਇੱਕ ਸਰਕਾਰੀ ਇੰਪਲੋਈ ਸੀ ਜੋ OST ਸੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦਾ। ਉਹਨੂੰ ਇੱਕ ਇੰਦਰਾ ਗਾਂਧੀ ਨੂੰ ਫੇਵਰਿਜ਼ਮ ਦੇਣ ਦੇ ਲਈ ਹੀ ਉਹਨੂੰ ਇਲੈਕਸ਼ਨ ਏਜੰਟ ਜਿਹੜਾ ਉਹ ਪੋਸਟ ਕੀਤਾ ਗਿਆ ਸੀ। ਹਾਈ ਕੋਰਟ ਨੇ ਇਹਨਾਂ ਦੋਨਾਂ ਫੈਕਟਸ ਨੂੰ ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਇੱਕ ਸੈਕਸ਼ਨ ਦੀ ਵਾਇਲੇਸ਼ਨ ਮੰਨਿਆ, ਜਿਹਦੇ ਕਰਕੇ ਉਹਨਾਂ ਦਾ ਫੈਸਲਾ ਹਾਈ ਕੋਰਟ ਦਾ ਇਹ ਸੀ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜੋ ਵੀ ਇਲੈਕਸ਼ਨ ਰਿਜ਼ਲਟ ਜਿਹੜਾ ਉਹਨਾਂ ਦਾ ਵਿਨਰ ਆਇਆ ਸੀ ਕਿ ਉਹ ਜੇਤੂ ਨੇ, ਉਸ ਜੇਤੂ ਨੂੰ ਨਲ ਐਂਡ ਵੋਇਡ ਡਿਕਲੇਅਰ ਕਰ ਦਿੱਤਾ। ਸੋ 12 ਜੂਨ 1975 ਨੂੰ ਆਲਮੋਸਟ ਅੱਜ ਤੋਂ 46-47 ਸਾਲ ਪਹਿਲਾਂ ਇੰਦਰਾ ਗਾਂਧੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗਿਲਟੀ ਕਰਾਰ ਦਿੱਤਾ ਜਾਂਦਾ। ਉਹਨਾਂ ਦੇ ਅੱਗੇ 6 ਸਾਲ ਦੀ ਰੋਕ ਲਗਾ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਵੀ ਉਹ ਕਿਸੇ 'ਚ ਵੀ ਇਲੈਕਸ਼ਨਸ ਦੇ ਵਿੱਚ ਹਿੱਸਾ ਨਹੀਂ ਲੈਣਗੇ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗਿਲਟੀ ਪਾਇਆ ਜਾਂਦਾ ਫॉर ਮਾਲ ਪ੍ਰੈਕਟਿਸਿਸ, ਕਰਪਟ ਐਂਡ ਭ੍ਰਸ਼ਟ ਨੀਤੀਆਂ ਉਹਨਾਂ ਨੇ ਯੂਜ਼ ਕੀਤੀਆਂ, ਢੰਗ ਯੂਜ਼ ਕੀਤੇ ਇਲੈਕਸ਼ਨਸ ਦੇ ਵਿੱਚ। ਇਸ ਚੀਜ਼ ਦਾ ਬਹੁਤ ਵੱਡਾ ਟਰਮੋਇਲ ਪੋਲਿਟਿਕਸ ਦੇ ਵਿੱਚ ਇਸ ਤੋਂ ਬਾਅਦ ਆਇਆ। ਬਾਅਦ ਵਿੱਚ ਇੰਦਰਾ ਗਾਂਧੀ ਇਸ ਕੇਸ ਨੂੰ ਸੁਪਰੀਮ ਕੋਰਟ 'ਚ ਲੈ ਕੇ ਗਏ। ਦੈਟਸ ਅ ਡਿਫਰੈਂਟ ਸਿਨੈਰੀਓ। ਸੁਪਰੀਮ ਕੋਰਟ ਨੇ ਉਹਨਾਂ ਨੂੰ ਆਪਣੇ PM ਅਹੁਦੇ ਤੇ ਰਹਿਣ ਦੇ ਲਈ ਅਲਾਉ ਕਰ ਦਿੱਤਾ ਸੀ, ਬਰਕਰਾਰ ਰਹਿਣ ਦਾ ਅਲਾਉ ਕਰ ਦਿੱਤਾ ਸੀ, ਪਰ ਉਹਨਾਂ ਤੇ ਬੈਨ ਲਗਾ ਦਿੱਤਾ ਸੀ ਕਿ ਉਹ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਵੋਟਿੰਗ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਇੱਦਾਂ ਦੀਆਂ ਕੁਝ ਚੀਜ਼ਾਂ, ਬਟ ਉਹ ਪ੍ਰਾਈਮ ਮਿਨਿਸਟਰ ਅਹੁਦੇ ਤੇ ਬਰਕਰਾਰ ਰਹੇ ਸੀ। ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਵਾਂਟਡ ਅ ਬਲੈਂਕੇਟ ਪ੍ਰੋਟੈਕਸ਼ਨ ਕਿ ਉਹਨਾਂ ਨੂੰ ਟੋਟਲੀ ਸੁਪਰੀਮ ਕੋਰਟ ਹਾਈ ਕੋਰਟ ਦੇ ਇਸ ਫੈਸਲੇ ਨੂੰ ਰੱਦ ਕਰ ਦੇ, ਬਟ ਇੱਦਾਂ ਨਾ ਹੋਇਆ। ਇੰਦਰਾ ਗਾਂਧੀ ਨੂੰ ਸਿਰਫ ਔਰ ਸਿਰਫ ਪ੍ਰਾਈਮ ਮਿਨਿਸਟਰ ਅਹੁਦੇ ਤੇ ਬਰਕਰਾਰ ਰਹਿਣ ਦੀ ਹੀ ਪਰਮਿਸ਼ਨ ਮਿਲੀ ਸੀ, ਬਟ ਉਹਨਾਂ ਕੋਲ ਕੋਈ ਇੱਦਾਂ ਦੀ ਤਾਕਤ ਨਹੀਂ ਸੀ ਜੋ ਡੈਮੋਕ੍ਰੈਟਿਕ ਜਾਂ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਉਹਨਾਂ ਨੂੰ ਤਾਕਤ ਚਾਹੀਦੀ ਕਿ ਉਹ ਵੋਟ ਪਾ ਸਕਣ ਜਾਂ ਆਪਣਾ ਕੋਈ ਫੈਸਲਾ ਦੇ ਸਕਣ ਪਾਰਲੀਮੈਂਟ ਦੇ ਵਿੱਚ। ਸੋ ਇਹਦੇ ਤੋਂ ਅਗਲੇ ਹੀ ਦਿਨ ਆਪਣੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗਦੀ ਹੈ। 25 ਜੂਨ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਉਸ ਤੋਂ ਹੀ ਅਗਲੇ ਦਿਨ 25 ਜੂਨ 1975 ਨੂੰ ਭਾਰਤ ਦੇ ਵਿੱਚ ਐਮਰਜੈਂਸੀ ਲੱਗਦੀ ਹੈ। ਔਰ ਉਸ ਐਮਰਜੈਂਸੀ ਦੇ ਵਿੱਚ ਇਹ ਜਿਹੜਾ ਕਾਨੂੰਨ ਸੀ ਪੂਰੇ ਦਾ ਪੂਰਾ ਕੌਨਸਟੀਟਿਊਸ਼ਨ ਦਾ ਇਹ ਸੈਕਸ਼ਨ ਸੀ, ਇਸ ਸੈਕਸ਼ਨ ਨੂੰ ਹੀ ਰੈਟਰੋਸਪੈਕਟਿਵ ਢੰਗ ਦੇ ਨਾਲ ਪਿੱਛੇ ਜਾ ਕੇ ਚੇਂਜ ਕਰ ਦਿੱਤਾ ਜਾਂਦਾ ਫॉर द ਪ੍ਰਾਈਮ ਮਿਨਿਸਟਰ।
1975 ਦਾ ਇਹ ਫੈਸਲਾ ਇੰਦਰਾ ਗਾਂਧੀ ਨੂੰ ਦੋਸ਼ੀ ਕਰਾਰ ਦਿੰਦਾ ਔਰ ਅਲਟੀਮੇਟਲੀ ਇੰਦਰਾ ਗਾਂਧੀ ਇੱਕ ਫੋਰਸ ਹੁੰਦੀ ਆ ਬਿਕੋਜ਼ ਉਹਨਾਂ ਦੇ ਹੱਥੋਂ ਪਾਵਰ ਜਾਣ ਦਾ ਖਤਰਾ ਹੁੰਦਾ। ਉਹਨਾਂ ਨੂੰ ਉਮੀਦ ਹੁੰਦੀ ਆ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਸਾਡੇ ਜਾਣਕਾਰ ਨੇ, ਅਸੀਂ ਆਪਣੀ ਚੁਆਇਸ ਦੇ ਨਾਲ ਉੱਥੇ ਲਾਏ ਹੋਏ ਆ, ਪਰ ਜਿਹੜਾ ਲੀਗਲ ਸਿਸਟਮ ਆ, ਜਿਹੜਾ ਜੁਡੀਸ਼ੀਅਲ ਸਿਸਟਮ ਹੈ, ਉਹ ਇੰਡੀਪੈਂਡੈਂਟ ਤੌਰ ਤੇ ਫੈਸਲਾ ਲੈਂਦਾ। ਸੋ ਇੰਦਰਾ ਗਾਂਧੀ ਦੀ ਪਾਵਰ ਹੱਥੋਂ ਜਾਣ ਦਾ ਡਰ ਹੁੰਦਾ ਕਿ ਭਾਰਤ ਨੂੰ 2 ਸਾਲਾਂ ਦੇ ਲਈ, ਅਗਲੇ 2 ਸਾਲਾਂ ਦੇ ਲਈ ਐਮਰਜੈਂਸੀ ਭੁਗਤਣੀ ਪੈਂਦੀ ਹੈ। ਉਸ ਤੋਂ ਬਾਅਦ ਪਹਿਲੀ ਵਾਰ ਇੱਕ ਇੱਦਾਂ ਦੀ ਸਰਕਾਰ ਭਾਰਤ ਦੇ ਸੈਂਟਰ ਦੇ ਵਿੱਚ ਆਉਂਦੀ ਹੈ, ਮੁਰਾਰਜੀ ਦੇਸਾਈ ਦੀ ਸਰਕਾਰ, ਜਿਹੜੀ ਨਾਨ ਕਾਂਗਰਸ ਹੁੰਦੀ ਹੈ। ਸੋ ਇੱਕ ਬਹੁਤ ਵੱਡਾ ਸ਼ਿਫਟ ਸੀ ਔਰ ਇਹ ਸਾਰੀ ਦੀ ਸਾਰਾ ਸ਼ਿਫਟ ਸਟਾਰਟ ਕਿੱਥੋਂ ਹੋਇਆ? ਸਿਰਫ ਇੱਕ ਕੇਸ ਤੋਂ। ਉਹ ਕੇਸ ਕੀ ਸੀ? ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ, ਜਿਹਦੇ ਬਾਰੇ ਸ਼ਾਇਦ ਆਪਾਂ ਜਾਣਦੇ ਨਹੀਂ। ਮੈਂ ਇਸ ਕਰਕੇ ਨਾਮ ਬਾਰ-ਬਾਰ ਲੈ ਰਹੀ ਹਾਂ ਬਿਕੋਜ਼ ਰੈਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਅੰਦਰ ਅਗਰ ਕੋਈ ਵੀ ਮਾਲ ਪ੍ਰੈਕਟਿਸ ਕਰਦਾ ਪਾਇਆ ਜਾਂਦਾ ਹੈ, ਮਾੜੇ ਬੁਰੇ ਢੰਗ ਦੇ ਨਾਲ ਵੋਟਾਂ ਦੀ ਖਰੀਦੋ ਫਰੋਖਤ ਕਰਦਾ ਜਾਂ ਗਿਫਟ ਦੇ ਕੇ ਵੋਟਾਂ ਲੈਂਦਾ ਜਾਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਦਾ ਜਾਂ ਫੋਰਸ ਯੂਜ਼ ਕਰਦਾ ਪਾਇਆ ਜਾਂਦਾ, ਤਾਂ ਉਹਦੇ ਉੱਤੇ ਪਟੀਸ਼ਨ ਕੀਤੀ ਜਾ ਸਕਦੀ ਔਰ ਉਹ ਪਟੀਸ਼ਨ ਦਾ ਹੀ ਸਿੱਟਾ ਮੈਂ ਅੱਜ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਹੈ। ਪਰ ਇਹ ਜਿਹੜੀ ਚੀਜ਼ ਹੈ, ਸਾਰੀ ਗੱਲਬਾਤ ਕਰਨ ਦਾ ਮੇਰਾ ਮਕਸਦ ਅੱਜ ਇਹ ਹੈ ਕਿ ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਦੇ ਤਹਿਤ ਅਗਰ ਕੋਈ ਮਾਲ ਪ੍ਰੈਕਟਿਸ ਕਰਦਾ ਪਾਇਆ ਜਾਂਦਾ ਤਾਂ 45 ਡੇਜ਼ ਦੇ ਵਿੱਚ ਕੇਸ ਰਜਿਸਟਰ ਹੋ ਸਕਦਾ ਔਰ ਉਹਦੇ ਤੇ ਫਰਦਰ ਇਨਕੁਆਇਰੀ ਹੁੰਦੀ ਹੈ। ਪਰ ਅੱਜ ਦੇ ਸਮੇਂ 'ਚ ਕੀ ਆਪਾਂ ਨੂੰ ਲੱਗਦਾ ਹੈ ਕਿ ਵਾਕਈ ਜੇ ਕੋਈ ਆਪਾਂ ਦੇਖਦੇ ਹਾਂ, ਪੂਰਾ ਪੰਜਾਬ ਜਾਣਦਾ ਹੈ ਕਿ ਦਾਰੂ ਚੱਲਦੀ ਹੈ, ਦਾਰੂ ਵੰਡਣ ਦਾ ਵੀ ਬਹੁਤ ਯੂਨੀਕ ਢੰਗ ਹੈ ਪੰਜਾਬ ਦੇ ਵਿੱਚ। ਨੋਟਾਂ ਦੇ ਨੰਬਰ ਦੇ ਦਿੱਤੇ ਜਾਂਦੇ ਆ, ਉਹਦੇ ਤੋਂ ਪੇਟੀਆਂ ਮਿਲਦੀਆਂ ਨੇ। ਨਵੇਂ ਤੋਂ ਨਵੇਂ ਐਕਸਪੈਰੀਮੈਂਟਲ ਢੰਗ ਦੇ ਨਾਲ ਬੜੇ ਹੀ ਕ੍ਰੀਏਟਿਵ ਆਈਡੀਆਜ਼ ਲੱਭ ਲੈ ਜਾਂਦੇ ਆ ਦਾਰੂ ਐਂਡ ਨਸ਼ਾ ਵਰਤਾਉਣ ਦੇ। ਪੈਸਾ ਵੀ ਵਰਤਾਇਆ ਜਾਂਦਾ, ਇਹਦੇ ਤੋਂ ਆਪਾਂ ਮੁੱਕਰ ਨਹੀਂ ਸਕਦੇ, ਐਵਰੀਬਡੀ ਨੋਜ਼ ਦਿਸ। ਬਟ ਅੱਜ ਦੇ ਟਾਈਮ 'ਚ ਕੋਈ ਵੀ ਇਸ ਤਰ੍ਹਾਂ ਕੇਸਿਸ ਕਿਉਂ ਨਹੀਂ ਰਜਿਸਟਰ ਕਰਾਉਂਦਾ ਜਿਹਦੇ ਵਿੱਚ ਮਾਲ ਪ੍ਰੈਕਟਿਸਿਸ ਹੋਣ? ਆਪਾਂ ਜਾਣਦੇ ਹਾਂ ਸਰਕਾਰੀ ਮਸ਼ੀਨਰੀ ਦੀ ਵੀ ਦੁਰਵਰਤੋਂ ਕੀਤੀ ਜਾਂਦੀ ਹੈ, ਪਰ ਅੱਜ ਦੇ ਜਿਹੜੇ ਵਿਧਾਇਕ ਨੇ, ਜਿਹੜੇ ਇੱਕ ਦੂਜੇ ਦੇ ਖਿਲਾਫ ਹੁੰਦੇ ਨੇ, ਉਹ ਇੱਦਾਂ ਦੇ ਕੇਸ ਕਿਉਂ ਨਹੀਂ ਕਰਦੇ? ਇਹਦਾ ਕਾਰਨ ਇਹ ਹੋ ਸਕਦਾ ਕਿ ਉਸ ਟਾਈਮ ਤਾਂ ਹੋ ਸਕਦਾ ਹੈ ਕਿ ਇਕੱਲੀ ਇੰਦਰਾ ਗਾਂਧੀ ਤੇ ਹੀ ਭ੍ਰਸ਼ਟ ਦੇ ਆਰੋਪ ਲੱਗੇ ਹੋਣ ਔਰ ਬਾਅਦ ਵਿੱਚ ਗਿਲਟੀ ਸਾਬਤ ਵੀ ਹੋਏ, ਰਾਜ ਨਾਰਾਇਣ ਨਾ ਹੋਵੇ ਭ੍ਰਿਸ਼ਟ, ਪਰ ਅੱਜ ਦੇ ਟਾਈਮ ਦੇ ਵਿੱਚ ਤਾਂ ਐਵਰੀਬਡੀ ਇਜ਼ ਭ੍ਰਿਸ਼ਟ ਹੋ ਸਕਦਾ। ਇਹੀ ਇੱਕ ਕਾਰਨ ਹੈ ਕਿ ਯੂ ਇਚ ਮਾਈ ਬੈਕ ਐਂਡ ਆਈ ਇਚ ਯੋਰ ਬੈਕ। ਇਸੇ ਕਰਕੇ ਹੁਣ ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਵਿੱਚ ਇਹ ਮੁਕੱਦਮੇ ਜਿਹੜੇ ਆ ਮਾਲ ਪ੍ਰੈਕਟਿਸਿਸ ਦੇ, ਕਰਪਟ ਬਿਹੇਵੀਅਰ ਦੇ, ਵੋਟਰਸ ਨੂੰ ਖਰੀਦਣ ਦੀ ਕੋਸ਼ਿਸ਼ ਦੇ, ਇਹ ਹਾਈ ਕੋਰਟ ਔਰ ਸੁਪਰੀਮ ਕੋਰਟ ਤੱਕ ਨਹੀਂ ਜਾਂਦੇ। ਥੈਂਕ ਯੂ ਸੋ ਮਚ ਫॉर ਵਾਚਿੰਗ।